ਮੈਂ ਅੱਜ ਆਪਣੇ ਦਫ਼ਤਰ ਦੀ ਇੱਕ ਜ਼ਰੂਰੀ ਫਾਈਲ ਘਰੇ ਹੀ ਭੁੱਲ ਗਿਆ ਸੀ। ਇੱਕ ਜ਼ਰੂਰੀ ਮੀਟਿੰਗ ਤੋਂ ਪਹਿਲਾਂ ਮੈਨੂੰ ਉਸ ਫਾਈਲ ਦੀ ਲੋੜ ਸੀ, ਇਸ ਲਈ ਮੈਂ 11 ਵਜੇ ਹੀ ਘਰ ਵਾਪਸ ਆ ਗਿਆ ਸੀ। ਮੇਰੇ ਕੋਲ ਮੇਰੇ ਘਰ ਦੇ ਬਾਹਰਲੇ ਦਰਵਾਜ਼ੇ ਦੀਆਂ ਚਾਬੀਆਂ ਸਨ, ਇਸ ਲਈ ਮੈਂ ਖੁਦ ਹੀ ਦਰਵਾਜ਼ਾ ਖੋਲ੍ਹਿਆ ਤੇ ਘਰ ਦੇ ਅੰਦਰ ਦਾਖਲ ਹੋਇਆ। ਜਿਵੇਂ ਹੀ ਮੈਂ ਅੱਗੇ ਵਧਿਆ ਤਾਂ ਮੈਨੂੰ ਕੁਝ ਅਜੀਬ ਜਿਹਾ ਮਹਿਸੂਸ ਹੋਇਆ। ਮੈਂ ਅੱਗੇ ਵਧਿਆ ਤਾਂ ਇੱਕ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ। ਮੈਂ ਅੰਦਰ ਦੇਖਿਆ ਤਾਂ ਮੇਰੀ ਪਤਨੀ ਹੱਸ-ਹੱਸ ਕੇ ਗੱਲਾਂ ਕਰਦੀ ਹੋਈ ਨਜ਼ਰ ਆਈ। ਦੂਜੇ ਪਾਸੇ ਸਾਡੀ ਨੌਕਰਾਨੀ ਸਿਰ ਤੇ ਚੁੰਨੀ ਲੈ ਕੇ ਬੈਠੀ ਸੀ। ਮੈਂ ਜਿਵੇਂ ਹੀ ਅੱਗੇ ਵਧਿਆ ਤਾਂ ਨੌਕਰਾਨੀ ਨੇ ਝੱਟ ਆਪਣੀ ਚੁੰਨੀ ਨਾਲ ਮੂੰਹ ਢੱਕ ਲਿਆ ਤੇ ਭੱਜਣ ਦੀ ਕੋਸ਼ਿਸ਼ ਕੀਤੀ। ਮੈਨੂੰ ਸ਼ੱਕ ਹੋਇਆ ਕਿਉਂਕਿ ਉਹ ਤੇਜ਼ੀ ਨਾਲ ਭੱਜੀ ਸੀ ਤੇ ਮੈਂ ਉਸ ਨੂੰ ਫੜ ਨਹੀਂ ਸਕਿਆ ਸੀ, ਪਰ ਉਸ ਦੀ ਚੁੰਨੀ ਮੇਰੇ ਹੱਥ ਆ ਗਈ ਸੀ। ਉਸਨੇ ਆਪਣੀ ਚੁੰਨੀ ਛੁਡਾਉਣ ਲਈ ਪਿੱਛੇ ਮੁੜ ਕੇ ਦੇਖਿਆ ਤਾਂ ਮੇਰੇ ਸਾਹ ਉੱਥੇ ਹੀ ਅਟਕ ਗਏ, ਕਿਉਂਕਿ ਨੌਕਰਾਨੀ ਦੇ ਰੂਪ 'ਚ ਤਾਂ ਮੇਰਾ ਨਾਂ ਰਮੇਸ਼ ਹੈ। ਮੇਰਾ ਜਨਮ ਇੱਕ ਚੰਗੇ ਪਰਿਵਾਰ 'ਚ ਹੋਇਆ ਸੀ। ਮੇਰਾ ਵਿਆਹ ਬਹੁਤ ਧੂਮਧਾਮ ਨਾਲ ਹੋਇਆ ਸੀ। ਉਂਝ ਤਾਂ ਮੇਰਾ ਵਿਆਹ ਘਰ ਵਾਲਿਆਂ ਦੀ ਪਸੰਦ ਨਾਲ ਹੋਇਆ ਸੀ, ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਤਾਂ ਮੈਂ ਆਪਣੀ ਪਤਨੀ ਨਾਲ ਬਹੁਤ ਪਿਆਰ ਕਰਨ ਲੱਗਿਆ ਸੀ। ਮੇਰਾ ਲਖਨਊ ਤੋਂ ਕਾਨਪੁਰ ਤਬਾਦਲਾ ਹੋ ਗਿਆ ਤਾਂ ਮੇਰੀ ਪਤਨੀ ਵੀ ਜਿੱਦ ਕਰਨ ਲੱਗੀ ਕਿ ਮੈਂ ਵੀ ਤੁਹਾਡੇ ਨਾਲ ਕਾਨਪੁਰ ਜਾਵਾਂਗੀ, ਕਿਉਂਕਿ ਵਿਆਹ ਤੋਂ ਪਹਿਲਾਂ ਉਹ ਕਾਨਪੁਰ 'ਚ ਹੀ ਰਹਿੰਦੀ ਸੀ। ਮੈਂ ਉਸ ਨੂੰ ਬਹੁਤ ਸਮਝਾਇਆ ਕਿ ਕੁਝ ਦਿਨ ਇੱਥੇ ਰੁਕ ਜਾ, ਮੈਨੂੰ ਫਲੈਟ ਨੂੰ ਚੰਗੀ ਤਰ੍ਹਾਂ ਸੈੱਟ ਕਰਵਾਉਣ ਦੇ, ਫਿਰ ਮੈਂ ਤੈਨੂੰ ਵੀ ਬੁਲਾ ਲਵਾਂਗਾ। ਪਰ ਉਸਨੇ ਮੇਰੀ ਇੱਕ ਨਾ ਸੁਣੀ। ਇੱਧਰ ਮੇਰੇ ਮਾਤਾ-ਪਿਤਾ ਮੇਰੇ ਨਾਲ ਨਾਰਾਜ਼ ਹੋ ਰਹੇ ਸਨ ਕਿ ਆਪਣੀ ਪਤਨੀ ਨੂੰ ਤਾਂ ਸਾਡੇ ਕੋਲ ਛੱਡ ਕੇ ਜਾ, ਪਰ ਮੇਰੀ ਪਤਨੀ ਪਿਆਰ ਨਾਲ ਜਿੱਦ ਕਰ ਰਹੀ ਸੀ। ਇਸ ਲਈ ਮੇਰਾ ਦਿਲ ਪਿਘਲ ਗਿਆ ਤੇ ਫਿਰ ਮੈਂ ਉਸ ਨੂੰ ਆਪਣੇ ਨਾਲ ਕਾਨਪੁਰ ਲੈ ਆਇਆ ਸੀ। ਕਾਨਪੁਰ ਆਉਣ ਤੋਂ ਬਾਅਦ ਸਾਡੇ ਚੰਗੇ ਦਿਨਾਂ ਦੀ ਸ਼ੁਰੂਆਤ ਹੋ ਗਈ ਸੀ। ਅਸੀਂ ਦੋਵੇਂ ਖੂਬ ਘੁੰਮਦੇ, ਹੋਟਲ ਤੋਂ ਹੀ ਖਾਣਾ ਖਾਂਦੇ, ਪਰ ਸਮੇਂ ਦੇ ਨਾਲ ਅਸਲ ਜ਼ਿੰਦਗੀ ਦੀ ਸ਼ੁਰੂਆਤ ਹੋ ਗਈ ਤਾਂ ਮੁਸ਼ਕਿਲ ਪੈਦਾ ਹੋਣ ਲੱਗੀ ਸੀ। ਮੈਂ ਇੱਕ ਪਾਸ਼ ਏਰੀਏ 'ਚ ਕਿਰਾਏ ਤੇ ਲਿਆ, ਪਰ ਸਾਫ਼ ਸਫਾਈ ਨਾ ਹੋਣ ਕਰਕੇ ਉਹ ਬਹੁਤ ਗੰਦਾ ਹੋਇਆ ਸੀ। ਜਦੋਂ ਮੈਂ ਆਪਣੀ ਪਤਨੀ ਨੂੰ ਸਾਫ਼ ਸਫਾਈ ਕਰਨ ਲਈ ਕਹਿੰਦਾ ਤਾਂ ਉਹ ਮੂੰਹ ਫੁਲਾ ਕੇ ਬੈਠ ਜਾਂਦੀ ਤੇ ਕਹਿੰਦੇ ਕਿ ਮੈਂ ਕੰਮ ਵਾਲੀ ਮਾਸੀ ਹਾਂ ਜਾਂ ਪਤਨੀ। ਮੈਂ ਉਸ ਨੂੰ ਸਮਝਾਉਂਦਾ ਕਿ ਨੀਤਾ ਭਾਬੀ ਤੇ ਪਾਇਲ ਭਾਬੀ ਵੀ ਤਾਂ ਕੰਮ ਕਰਦੀਆਂ ਸਨ, ਤੂੰ ਕਰ ਲਵੇਂਗੀ ਤਾਂ ਕੀ ਹੋ ਜਾਵੇਗਾ। ਤਾਂ ਉਹ ਛਿੜਕੇ ਕਹਿੰਦੀ ਕਿ ਉਹਨਾਂ ਦੋਵਾਂ ਕਰਕੇ ਮੈਂ ਉੱਥੇ ਸਹੁਰੇ ਘਰ ਨਹੀਂ ਰੁਕੀ। ਉਹ ਖੁਦ ਤਾਂ ਮਸ਼ੀਨ ਬਣੀਆਂ ਹੋਈਆਂ ਸਨ ਤੇ ਮੈਨੂੰ ਵੀ ਮਸ਼ੀਨ ਬਣਾਉਣਾ ਚਾਹੁੰਦੀਆਂ ਸਨ। ਹੁਣ ਮੈਂ ਉਸ ਦੀਆਂ ਇਹਨਾਂ ਗੱਲਾਂ ਦਾ ਕੀ ਜਵਾਬ ਦਿੰਦਾ। ਮੈਂ ਦਫ਼ਤਰ ਤੋਂ ਆ ਕੇ ਇਕੱਲਾ ਹੀ ਪੂਰੇ ਘਰ ਦੀ ਸਫਾਈ ਕਰ ਦਿੰਦਾ। ਮੇਰੇ ਲਈ ਇੰਨਾ ਹੀ ਕਾਫੀ ਸੀ ਕਿ ਉਹ ਖਾਣਾ ਬਣਾ ਲੈਂਦੀ ਸੀ। ਖਾਣਾ ਜਿਹੋ ਜਿਹਾ ਵੀ ਬਣਦਾ ਮੈਂ ਖਾ ਲੈਂਦਾ ਸੀ। ਸਾਡਾ ਸਭ ਕੁਝ ਵਧੀਆ ਚੱਲ ਰਿਹਾ ਸੀ। ਜ਼ਿੰਦਗੀ 'ਚ ਸ਼ਾਂਤੀ ਹੀ ਸ਼ਾਂਤੀ ਸੀ। ਪਰ ਅਚਾਨਕ ਪਤਾ ਨਹੀਂ ਕੀ ਹੋਇਆ, ਮੇਰੀ ਪਤਨੀ ਪਰੇਸ਼ਾਨ ਜਿਹੀ ਰਹਿਣ ਲੱਗੀ ਸੀ। ਗੱਲ-ਗੱਲ ਤੇ ਗੁੱਸਾ ਹੋ ਜਾਂਦੀ ਸੀ। ਇੱਕ ਦਿਨ ਉਸਨੇ ਦੱਸਿਆ ਕਿ ਮੈਨੂੰ ਇੱਕ ਕੰਮ ਵਾਲੀ ਮਿਲ ਗਈ ਹੈ। ਮੈਂ ਕਈ ਦਿਨਾਂ ਤੋਂ ਕੰਮ ਵਾਲੀ ਨੂੰ ਹੀ ਲੱਭ ਰਹੀ ਸੀ। ਉਹ ਬੋਲੀ ਕਿ ਕੰਮ ਵਾਲੀ 2 ਘੰਟੇ ਲਈ ਆਵੇਗੀ ਤੇ ਘਰ ਦੀ ਸਫਾਈ ਕਰਕੇ ਜਾਵੇਗੀ। ਮੈਨੂੰ ਬਹੁਤ ਖੁਸ਼ੀ ਹੋਈ ਕਿ ਚਲੋ ਹੁਣ ਮੈਨੂੰ ਘਰ ਦੀ ਸਫਾਈ ਨਹੀਂ ਕਰਨੀ ਪਵੇਗੀ। ਪਰ ਮੈਨੂੰ ਚਿੰਤਾ ਵੀ ਹੋ ਰਹੀ ਸੀ। ਮੈਂ ਆਪਣੀ ਪਤਨੀ ਨੂੰ ਕਿਹਾ ਕਿ ਤੂੰ ਧਿਆਨ ਰੱਖੀ, ਨੌਕਰਾਨੀ ਘਰ ਦੀ ਸਫਾਈ ਕਰਨ ਆਉਂਦੀ ਤਾਂ ਹੈ ਪਰ ਸਫਾਇਆ ਕਰਕੇ ਚਲੀ ਜਾਂਦੀ ਹੈ। ਮੇਰੀ ਗੱਲ ਸੁਣ ਕੇ ਉਹ ਹੱਸ ਪਈ ਤੇ ਬੋਲੀ ਕਿ ਤੁਸੀਂ ਚਿੰਤਾ ਨਾ ਕਰੋ, ਅਜਿਹਾ ਕੁਝ ਨਹੀਂ ਹੋਵੇਗਾ। ਹੁਣ ਇੱਕ ਵਾਰ ਫਿਰ ਤੋਂ ਘਰ 'ਚ ਸ਼ਾਂਤੀ ਆ ਗਈ ਸੀ। ਮੇਰੀ ਪਤਨੀ ਖੁਸ਼ ਤੇ ਸੱਜ-ਧਜ ਕੇ ਰਹਿਣ ਲੱਗੀ ਸੀ। ਮੈਂ ਘਰ ਆਉਂਦਾ ਤਾਂ ਉਸ ਨੂੰ ਬਹੁਤ ਖੁਸ਼ ਦੇਖਦਾ ਸੀ। ਮੈਨੂੰ ਇਹ ਤਸੱਲੀ ਹੋ ਗਈ ਸੀ ਕਿ ਚਲੋ ਸਭ ਕੁਝ ਠੀਕ ਹੋ ਗਿਆ ਹੈ। ਪਰ ਇੱਕ ਦਿਨ ਮੈਂ ਦਫ਼ਤਰ ਦੀ ਇੱਕ ਜ਼ਰੂਰੀ ਫਾਈਲ ਘਰੇ ਹੀ ਭੁੱਲ ਗਿਆ। ਘਰ ਜਾ ਕੇ ਦੇਖਿਆ ਤਾਂ ਮੇਰੇ ਹੋਸ਼ ਹੀ ਉੱਡ ਗਏ ਸਨ। ਇਹ ਸਭ ਮੇਰੇ ਲਈ ਬਰਦਾਸ਼ਤ ਤੋਂ ਬਾਹਰ ਸੀ, ਇਸ ਲਈ ਮੈਂ ਆਪਣੀ ਪਤਨੀ ਨੂੰ ਇੱਕ ਕਮਰੇ 'ਚ ਬੰਦ ਕਰ ਦਿੱਤਾ ਸੀ। ਦੇਰ ਰਾਤ ਜਦੋਂ ਮੈਂ ਘਰ ਆਇਆ ਤਾਂ ਮੇਰੀ ਪਤਨੀ ਨੇ ਜ਼ੋਰ-ਜ਼ੋਰ ਨਾਲ ਦਰਵਾਜ਼ਾ ਕੁੱਟਣਾ ਸ਼ੁਰੂ ਕਰ ਦਿੱਤਾ। ਮੈਂ ਪਰੇਸ਼ਾਨ ਹੋ ਕੇ ਦਰਵਾਜ਼ਾ ਖੋਲ੍ਹ ਦਿੱਤਾ ਤੇ ਉਸ ਤੋਂ ਪੁੱਛਿਆ ਕਿ ਤੂੰ ਮੈਨੂੰ ਸਿੱਧੀ ਤਰ੍ਹਾਂ ਦੱਸ ਕਿ ਅੱਜ ਸਾਡੇ ਘਰ ਨੌਕਰਾਨੀ ਦੇ ਰੂਪ 'ਚ ਕੌਣ ਮੌਜੂਦ ਸੀ। ਤਾਂ ਉਹ ਬੋਲੀ, ਤੁਹਾਨੂੰ ਮੇਰੀ ਪਹਿਲਾਂ ਤੁਸੀਂ ਮੇਰੀ ਗੱਲ ਸੁਣੋ, ਫਿਰ ਮੈਂ ਤੁਹਾਨੂੰ ਉਸ ਨਾਲ ਮਿਲਾ ਦੇਵਾਂਗੀ। ਮੈਂ ਆਪਣੀ ਪਤਨੀ ਨੂੰ ਇੱਕ ਮੌਕਾ ਦੇ ਦਿੱਤਾ ਸੀ। ਮੈਂ ਦਿਲੋਂ ਇਹੀ ਚਾਹੁੰਦਾ ਸੀ ਕਿ ਉਹ ਮੇਰੇ ਸ਼ੱਕ ਝੂਠੇ ਸਾਬਿਤ ਕਰ ਦੇਵੇ, ਕਿਉਂਕਿ ਮੈਂ ਉਸ ਨਾਲ ਬਹੁਤ ਪਿਆਰ ਕਰਦਾ ਸੀ। ਮੇਰੀ ਪਤਨੀ ਨੇ ਆਪਣੇ ਹੰਝੂ ਪੂੰਝੇ ਤੇ ਕਹਿਣ ਲੱਗੀ ਕਿ ਰਮੇਸ਼, ਅਸੀਂ 7 ਭੈਣਾਂ ਤੇ ਇੱਕ ਭਰਾ ਸੀ। ਪਿਤਾ ਜੀ ਦਿਹਾੜੀ ਮਜ਼ਦੂਰੀ ਤੇ ਮਾਂ ਦਰਜੀ ਸੀ। ਅਸੀਂ ਸਾਰੇ ਛੋਟੇ-ਛੋਟੇ ਸੀ ਤਾਂ ਸਾਡੇ ਢਿੱਡ ਵੀ ਛੋਟੇ ਸਨ। ਸਾਡਾ ਢਿੱਡ ਮਾਂ ਦੀ ਸਿਲਾਈ ਦੀ ਕਮਾਈ ਨਾਲ ਭਰ ਜਾਂਦਾ। ਜਦੋਂ ਅਸੀਂ ਵੱਡੇ ਹੋਏ ਤਾਂ ਸਾਡੀ ਭੁੱਖ ਵੀ ਵੱਧ ਗਈ। ਹੁਣ ਘੱਟ ਖਾਣ ਨਾਲ ਕਿੱਥੇ ਗੁਜ਼ਾਰਾ ਹੁੰਦਾ ਸੀ। ਮਾਂ ਦਾਲ ਬਣਾਉਣ ਵਾਲਾ ਬਰਤਨ ਚੁੱਲ੍ਹੇ ਤੇ ਚੜਾ ਦਿੰਦੀ ਤੇ ਜੀ ਭਰ ਕੇ ਦਾਲ 'ਚ ਪਾਣੀ ਪਾ ਦਿੰਦੀ, ਪਰ ਸਾਨੂੰ ਰੋਟੀ ਹਰ ਵਾਰ ਘਟ ਜਾਂਦੀ ਸੀ। ਅਸੀਂ ਖਾਲੀ ਢਿੱਡ ਹੀ ਉੱਠ ਜਾਂਦੇ ਸੀ। ਜਦੋਂ
ਕਈ ਦਿਨਾਂ ਤੱਕ ਅਜਿਹੀ ਹੀ ਮੁਸੀਬਤ ਝੱਲਣੀ ਪੈ ਰਹੀ ਸੀ ਤਾਂ ਅਸੀਂ ਸਾਰੇ ਭੈਣ ਭਰਾ ਇੱਕ ਦੂਜੇ ਤੋਂ ਖਾਣਾ ਖੋਹ ਕੇ ਖਾਣ ਲੱਗੇ ਸੀ। ਮੇਰਾ ਸਭ ਤੋਂ ਛੋਟਾ ਭਰਾ ਅਬੇ ਖਾਣਾ ਮੁੱਠੀਆਂ 'ਚ ਭਰ ਲੈਂਦਾ ਸੀ। ਅਸੀਂ ਉਸ ਨੂੰ ਕੁਝ ਨਹੀਂ ਕਹਿੰਦੇ ਸੀ। ਜਦੋਂ ਸਾਰੇ ਲੜ ਝਗੜ ਕੇ ਉੱਠ ਜਾਂਦੇ ਤਾਂ ਉਹ ਆਪਣੇ ਛੋਟੇ-ਛੋਟੇ ਹੱਥਾਂ 'ਚੋਂ ਰੋਟੀ ਦੇ ਟੁਕੜੇ ਕੱਢ ਕੇ ਮਾਂ ਨੂੰ ਖਵਾਉਣ ਲੱਗ ਜਾਂਦਾ। ਜਦੋਂ ਮਾਂ ਰੋਂਦੀ ਤਾਂ ਅਬੇ ਆਪਣੀ ਕਮੀਜ਼ ਨਾਲ ਮਾਂ ਦੇ ਹੰਝੂ ਪੂੰਝਦਾ। ਮੇਰੀ ਸਭ ਤੋਂ ਵੱਡੀ ਭੈਣ 17 ਸਾਲ ਦੀ ਸੀ ਤੇ ਅਬੇ 4 ਸਾਲ ਦਾ ਸੀ। ਇਹ ਜੋ ਉਮਰ ਦਾ ਅੰਤਰ ਸੀ ਇਹ ਬਹੁਤ ਹੀ ਖਤਰਨਾਕ ਸੀ। ਭੈਣ ਦੇ ਵਿਆਹ ਦੀ ਉਮਰ ਨਿਕਲਦੀ ਜਾ ਰਹੀ ਸੀ ਪਰ ਗਰੀਬ ਘਰ ਦੀ ਲੜਕੀ ਨਾਲ ਕੌਣ ਵਿਆਹ ਕਰਦਾ। ਹੁਣ ਸਾਨੂੰ ਭੈਣਾਂ ਨੂੰ ਅਬੇ ਤੋਂ ਬਹੁਤ ਆਸਾਂ ਸਨ। ਅਸੀਂ ਦਿਨ ਗਿਣ ਕੇ ਕੱਟ ਰਹੇ ਸੀ ਕਿ ਕਦੋਂ ਉਹ ਜਵਾਨ ਹੋਵੇਗਾ ਤੇ ਕਦੋਂ ਸਾਡੀ ਕਿਸਮਤ ਖੁੱਲੇਗੀ। ਅਬੇ ਜਵਾਨ ਹੋ ਗਿਆ ਤੇ ਅਸੀਂ ਸਾਰੀਆਂ ਭੈਣਾਂ ਪੱਕੀ ਉਮਰ ਦੀਆਂ ਹੁੰਦੀਆਂ ਗਈਆਂ। ਜਦੋਂ ਅਸੀਂ ਆਪਣੀ ਕਿਸਮਤ ਤੇ ਰੋਂਦੇ ਸੀ ਤਾਂ ਉਹ ਸਭ ਤੋਂ ਵੱਡੀ ਭੈਣ ਰੀਨਾ ਦੇ ਗਲੇ ਲੱਗ ਕੇ ਰੋ ਪੈਂਦਾ। ਮਾਂ ਆਪਣਾ ਮੱਥਾ ਪਿੱਟਦੀ ਰਹਿ ਜਾਂਦੀ। ਮਾਂ ਅਬੇ ਨੂੰ ਬਹੁਤ ਸਮਝਾਉਂਦੀ ਸੀ ਕਿ ਤੂੰ ਇੱਕ ਮਰਦ ਹੈ। ਜਦੋਂ ਇੱਕ ਔਰਤ ਕਿਸੇ ਮਰਦ ਦੇ ਸਾਹਮਣੇ ਹੰਝੂ ਪਵਾਉਂਦੀ ਹੈ ਤਾਂ ਮਰਦ ਆਪਣੀ ਹਿੰਮਤ ਇਕੱਠੀ ਕਰਕੇ ਉਸਦੇ ਹੰਝੂ ਪੂੰਝਦਾ ਹੈ, ਖੁਦ ਰੋਣ ਨਹੀਂ ਬੈਠ ਜਾਂਦਾ। ਪਰ ਅਬੇ ਨੂੰ ਇਹ ਗੱਲਾਂ ਕਿੱਥੇ ਸਮਝ ਆਉਂਦੀਆਂ ਸਨ। ਉਸ ਵਿਚਾਰੇ ਦੇ ਵੀ ਸਾਡੇ ਵਾਂਗ ਹੀ ਨਸੀਬ ਫੁੱਟੇ ਹੋਏ ਸਨ। ਪੜ੍ਹਾਈ ਤੋਂ ਦੂਰ ਹੋਇਆ ਸੀ ਤੇ ਹੁਨਰ ਤੋਂ ਵੀ। ਜਦੋਂ ਉਹ 17 ਸਾਲ ਦਾ ਹੋਇਆ ਤਾਂ ਮਾਂ ਨੇ ਉਸ ਨੂੰ ਬਿਜਲੀ ਦਾ ਕੰਮ ਸਿੱਖਣ ਲਾ ਦਿੱਤਾ ਸੀ ਪਰ ਉਦੋਂ ਤੱਕ ਉਸ ਕੋਲ ਕੰਮ ਸਿੱਖਣ ਲਈ ਸਮਾਂ ਹੀ ਨਹੀਂ ਬਚਿਆ ਸੀ। ਮਾਂ ਦੀਆਂ ਅੱਖਾਂ ਦੀ ਰੋਸ਼ਨੀ ਬਹੁਤ ਕਮਜ਼ੋਰ ਹੋ ਚੁੱਕੀ ਸੀ। ਉਹ ਸਿਲਾਈ ਨਹੀਂ ਕਰ ਸਕਦੀ ਸੀ। ਵੱਡੀ ਭੈਣ ਵੀ ਸਿਲਾਈ ਤੋਂ ਪਿੱਛੇ ਹਟ ਚੁੱਕੀ ਸੀ। ਹੁਣ ਸਵੇਰੇ ਸ਼ਾਮ ਸਾਡੇ ਹਾਲਾਤ ਇੱਕੋ ਜਿਹੇ ਸਨ। ਅਸੀਂ ਭੁੱਖੇ ਰਹਿੰਦੇ ਤਾਂ ਪਿਤਾ ਜੀ ਸ਼ਾਮ ਨੂੰ ਖੂਬ ਸ਼ਰਾਬ ਪੀ ਕੇ ਆਉਂਦੇ ਸਨ ਤੇ ਬਿਸਤਰ ਤੇ ਢੇਰ ਹੋ ਜਾਂਦੇ ਸਨ। ਮਾਂ ਰਾਤ ਨੂੰ ਭੁੱਖ ਕਾਰਨ ਰੋ ਰਹੀ ਸੀ। ਅਬੇ ਨੀਂਦ 'ਚ ਉੱਠ ਕੇ ਉਹਨਾਂ ਕੋਲ ਗਿਆ ਤੇ ਉਹਨਾਂ ਦੇ ਗਲੇ ਲੱਗ ਕੇ ਰੋਣ ਲੱਗਿਆ। ਫਿਰ ਸਵੇਰ ਹੋਈ ਤਾਂ ਉਸਨੇ ਆਪਣਾ ਫੈਸਲਾ ਸੁਣਾ ਦਿੱਤਾ ਕਿ ਉਹ ਬਿਜਲੀ ਦਾ ਕੰਮ ਨਹੀਂ ਸਿੱਖੇਗਾ, ਸਗੋਂ ਦਿਹਾੜੀ ਮਜ਼ਦੂਰੀ ਕਰੇਗਾ। ਸਮੇਂ ਦੀ ਮੰਗ ਵੀ ਇਹੀ ਸੀ। ਤਾਂ ਹੀ ਤਾਂ ਅਸੀਂ ਸਾਰੇ ਚੁੱਪ ਹੀ ਰਹੇ। ਹੁਣ ਇੱਕ ਲੜਕਾ ਅਕਸਰ ਅਬੇ ਨਾਲ ਸਾਡੇ ਘਰ ਆਉਂਦਾ ਸੀ। ਉਸਦਾ ਨਾਂ ਰੋਸ਼ਨ ਸੀ। ਉਹ ਉਮਰ 'ਚ ਅਬੇ ਤੋਂ ਕਾਫੀ ਵੱਡਾ ਸੀ। ਸ਼ਾਇਦ ਮੇਥੋਂ ਵੀ ਉਹ 1-2 ਸਾਲ ਵੱਡਾ ਹੀ ਸੀ। ਉਹ ਮਾਂ ਨੂੰ ਆ ਕੇ ਦਿਲਾਸਾ ਦਿੰਦਾ ਕਿ ਚਿੰਤਾ ਨਾ ਕਰੋ, ਸਭ ਕੁਝ ਠੀਕ ਹੋ ਜਾਵੇਗਾ। ਉਹ ਚੋਰੀ ਮੈਨੂੰ ਦੇਖਦਾ ਰਹਿੰਦਾ ਸੀ। ਉਸ ਨੂੰ ਮੈਂ ਚੰਗੀ ਲੱਗਣ ਲੱਗੀ ਸੀ ਤੇ ਮੈਨੂੰ ਵੀ। ਉਸਨੇ ਮੈਨੂੰ ਕਿਹਾ ਕਿ ਜਦੋਂ ਉਸਦੇ ਘਰ ਦੇ ਹਾਲਾਤ ਠੀਕ ਹੋ ਜਾਣਗੇ ਤਾਂ ਉਹ ਮੈਨੂੰ ਆਪਣੀ ਦੁਲਹਨ ਬਣਾ ਕੇ ਲੈ ਜਾਵੇਗਾ। ਪਰ ਇੱਕ ਦਿਨ ਰੋਸ਼ਨ ਗਾਇਬ ਹੋ ਗਿਆ। ਮੈਨੂੰ ਉਮੀਦ ਸੀ ਕਿ ਉਹ ਇੱਕ ਦਿਨ ਜ਼ਰੂਰ ਵਾਪਸ ਆ ਜਾਵੇਗਾ। ਇਸ ਦਰਮਿਆਨ ਅਬੇ ਵੀ ਪੂਰਾ ਦਿਨ ਘਰੋਂ ਗਾਇਬ ਰਹਿੰਦਾ ਸੀ। ਹੁਣ ਤਾਂ ਉਹ ਰਾਤ ਵੀ ਬਾਹਰ ਗੁਜ਼ਾਰਨ ਲੱਗਿਆ ਸੀ। ਇੱਕ ਦਿਨ ਉਹ ਰੋਜ਼ਾਨਾ ਵਾਂਗ ਘਰੋਂ ਬਾਹਰ ਨਿਕਲਿਆ ਤੇ ਵਾਪਸ ਹੀ ਨਾ ਆਇਆ। ਮਾਂ ਤੇ ਸਾਡਾ ਸਾਰੀਆਂ ਭੈਣਾਂ ਦਾ ਰੋ ਕੇ ਬੁਰਾ ਹਾਲ ਹੋ ਗਿਆ ਸੀ। ਮਾਂ ਸਾਰਾ ਦਿਨ ਰੋਂਦੀ ਰਹਿੰਦੀ ਸੀ ਜਿਵੇਂ ਉਸਦੀ ਮੌਤ ਹੋ ਗਈ ਹੋਵੇ। ਅਸੀਂ ਬਹੁਤ ਦੁਖੀ ਰਹਿਣ ਲੱਗੇ ਸੀ। ਅਸੀਂ ਕਈ ਦਿਨਾਂ ਤੋਂ ਖਾਣਾ ਨਹੀਂ ਸੀ ਖਾਧਾ, ਜਿਸ ਕਰਕੇ ਮੇਰੀ ਵੱਡੀ ਭੈਣ ਜਦੋਂ ਪੌੜੀਆਂ ਤੇ ਚੜੀ ਤਾਂ ਚੱਕਰ ਆਉਣ ਕਰਕੇ ਡਿੱਗ ਗਈ। ਉਸਦੇ ਸਿਰ ਤੇ ਡੂੰਘੀ ਸੱਟ ਵੱਜੀ ਜਿਸ ਕਰਕੇ ਉਸਦੀ ਮੌਤ ਹੋ ਗਈ। ਦੀਦੀ ਦੀ ਮੌਤ ਹੋ ਗਈ ਪਰ ਨਾ ਮਾਂ ਰੋਈ ਨਾ ਅਸੀਂ ਭੈਣਾਂ ਰੋਈਆਂ। ਮਾਂ ਬੋਲੀ ਕਿ ਰੀਨਾ ਦੀ ਭੁੱਖ ਮਰ ਗਈ। ਅਸੀਂ ਕਿਹਾ ਕਿ ਉਹ ਖੁਸ਼ਨਸੀਬ ਸੀ। ਅਸੀਂ ਬਦਨਸੀਬ ਭੈਣਾਂ ਜਿਉਂਦੀਆਂ ਸੀ। 1 ਮਹੀਨਾ ਬੀਤ ਗਿਆ ਹੋਵੇਗਾ ਕਿ ਅਬੇ ਵਾਪਸ ਆਇਆ। ਉਹ ਢੇਰ ਸਾਰੇ ਪੈਸੇ ਲੈ ਕੇ ਆਇਆ ਸੀ। ਆਪਣੇ ਨਾਲ ਉਹ ਨੀਲੀ ਸ਼ਾਲ ਵੀ ਲਿਆਇਆ ਸੀ। ਅਬੇ ਬੋਲਿਆ ਕਿ ਮਾਂ ਇਹ ਸ਼ਾਲ ਰੀਨਾ ਲਈ ਹੈ ਤਾਂ ਮਾਂ ਬੋਲੀ ਕਿ ਬੇਟਾ ਉਹ ਹੁਣ ਇਸ ਨੂੰ ਲੈਣ ਲਈ ਇਸ ਦੁਨੀਆ 'ਚ ਨਹੀਂ ਰਹੀ। ਇਹ ਸੁਣਦੇ ਹੀ ਉਹ ਹੈਰਾਨੀ 'ਚ ਸਾਰਿਆਂ ਦੇ ਮੂੰਹ ਵੱਲ ਦੇਖਣ ਲੱਗੀ। ਸਾਡੀਆਂ ਸਾਰੀਆਂ ਭੈਣਾਂ ਦੀ ਗਿਣਤੀ ਕਰਨ ਤੋਂ ਬਾਅਦ ਬੋਲਿਆ ਕਿ ਮਾਂ ਰੀਨਾ ਕਿਉਂ ਮਰ ਗਈ? ਪਿਤਾ ਜੀ ਮਰ ਜਾਂਦੇ ਤਾਂ ਚੰਗਾ ਹੁੰਦਾ। ਅਬੇ ਹੁਣ ਗੱਲ ਤੇ ਰੋਂਦਾ ਨਹੀਂ ਸੀ। ਉਹ ਦੁੱਖ ਦੀ ਗੱਲ ਸੁਣ ਕੇ ਹੱਸ ਪੈਂਦਾ ਸੀ। ਅਬੇ ਦੇ ਘਰ ਆਉਣ ਤੋਂ ਬਾਅਦ ਹੁਣ ਘਰ 'ਚ ਹਰ ਵਿਵਸਥਾ ਵਧੀਆ ਹੋ ਗਈ ਸੀ। ਉਸਨੇ ਮਾਂ ਨੂੰ ਕਿਹਾ ਕਿ ਮੈਂ ਇੱਕ ਬਿਜ਼ਨਸ ਕਰਨ ਲੱਗਿਆ ਹਾਂ। ਫਿਰ ਮਾਂ ਨੇ ਕਿਹਾ ਕਿ ਭਗਵਾਨ ਦਾ ਸ਼ੁਕਰ ਹੈ। ਫਿਰ ਅਬੇ ਦੇ ਦਿਨ ਰਾਤ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਰਿਹਾ ਸੀ। ਉਹ ਕਦੇ ਦਿਨ 'ਚ ਜਾਂਦਾ ਤੇ ਕਦੇ ਰਾਤ ਨੂੰ ਤੇ ਕਦੇ ਸਾਰੀ ਰਾਤ ਬਾਹਰ ਹੀ ਰਹਿੰਦਾ, ਵਾਪਸ ਹੀ ਨਾ ਆਉਂਦਾ। ਅਸੀਂ ਭੈਣਾਂ ਢਿੱਡ ਭਰ ਕੇ ਖਾਣਾ ਖਾਣ ਤੋਂ ਬਾਅਦ ਅਬੇ ਨੂੰ ਦੁਆਵਾਂ ਦਿੰਦੀਆਂ। ਅਬੇ ਨੇ ਮਾਂ ਨੂੰ ਕਿਹਾ ਕਿ ਮਾਂ ਜਦੋਂ ਮੈਂ ਕੰਮ ਕਰਕੇ ਬਾਹਰੋਂ ਆਉਂਦਾ ਹਾਂ ਤਾਂ ਕੋਈ ਮੇਰੇ ਨਾਲ ਗੱਲ ਨਾ ਕਰੇ। ਉਹ ਘਰ ਆਉਂਦਾ ਤਾਂ ਮੂੰਹ ਲੁਕੋ ਕੇ ਕਮਰੇ ਚਲਾ ਜਾਂਦਾ ਤੇ ਜਦੋਂ ਆਰਾਮ ਕਰਕੇ ਬਾਹਰ ਆਉਂਦਾ ਤਾਂ ਖੁਸ਼ ਦਿਖਾਈ ਦਿੰਦਾ। ਉਸ ਦੇ ਦਿਨ ਤੇ ਰਾਤ ਦਾ ਵਿਵਹਾਰ ਸਾਡੀ ਸਮਝ ਤੋਂ ਪਰਾਂ ਸੀ। ਹੁਣ ਇਹ ਹੋਇਆ ਕਿ ਜਦੋਂ ਢਿੱਡ ਭਰਨ ਲੱਗਿਆ ਤਾਂ ਅਕਲ ਵੀ ਆ ਗਈ। ਹੁਣ ਮਾਂ ਨੂੰ ਅਬੇ ਦੀ ਚਿੰਤਾ ਹੋਣ ਲੱਗੀ ਸੀ। ਮਾਂ ਅਬੇ ਤੋਂ ਉਸ ਦੇ ਕੰਮ ਬਾਰੇ ਪੁੱਛਦੀ ਤਾਂ ਉਹ ਟਾਲ ਦਿੰਦਾ ਸੀ। ਮਾਂ ਜਿੱਦ ਕਰਦੀ ਕਿ ਉਹ ਉੱਠ ਕੇ ਬਾਹਰ ਚਲਾ ਜਾਂਦਾ। ਇੱਕ ਦਿਨ ਜਦੋਂ ਪਿਤਾ ਜੀ ਘਰ ਆਏ ਤਾਂ ਉਹ ਨਸ਼ੇ 'ਚ ਨਹੀਂ ਸਨ। ਸਾਰਿਆਂ ਨੂੰ ਬਹੁਤ ਹੈਰਾਨੀ ਹੋਈ।
ਉਹਨਾਂ ਨੇ ਘਰ ਆ ਕੇ ਅਬੇ ਨੂੰ ਉੱਚੀ ਉੱਚੀ ਬੁਲਾਉਣਾ ਸ਼ੁਰੂ ਕਰ ਦਿੱਤਾ ਤਾਂ ਅਸੀਂ ਭੈਣਾਂ ਤੇ ਮਾਂ ਭੱਜ ਕੇ ਪਿਤਾ ਕੋਲ ਪਹੁੰਚੀਆਂ। ਅਬੇ ਵੀ ਆਪਣੇ ਕਮਰੇ ਚੋਂ ਬਾਹਰ ਆ ਗਿਆ। ਉਹ ਜਿਵੇਂ ਹੀ ਬਾਹਰ ਆਇਆ ਤਾਂ ਪਿਤਾ ਜੀ ਨੇ ਉਸ ਦੇ ਮੂੰਹ ਤੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਪਿਤਾ ਜੀ ਬੋਲੇ ਕਿ ਇਸ ਬੇਸ਼ਰਮ ਨੇ ਤਾਂ ਮੇਰੇ ਨਾਂ ਨੂੰ ਹੀ ਡੁਬੋ ਦਿੱਤਾ ਹੈ। ਮਾਂ ਨੇ ਕਿਹਾ ਕਿ ਜਿਹੜਾ ਬੰਦਾ ਖੁਦ ਨਸ਼ਿਆਂ 'ਚ ਡੁੱਬਿਆ ਹੋਵੇ ਉਸ ਦਾ ਨਾਮ ਕੋਈ ਹੋਰ ਕੀ ਡੁਬੋਵੇਗਾ। ਪਿਤਾ ਜੀ ਨੇ ਕਿਹਾ ਕਿ ਅਬੇ ਤੁਹਾਨੂੰ ਹਰਾਮ ਦਾ ਖਾਣਾ ਖਵਾ ਰਿਹਾ ਹੈ। ਮਾਂ ਵੀ ਅੱਜ ਰੁਕਣ ਵਾਲੀ ਨਹੀਂ ਸੀ। ਕਹਿਣ ਲੱਗੀ ਕਿ ਤੁਸੀਂ ਜੋ ਅੱਜ ਤੱਕ ਸਾਨੂੰ ਇੱਕ ਨਿਵਾਲਾ ਨਹੀਂ ਖਵਾਇਆ, ਭਾਵੇਂ ਉਹ ਹਰਾਮ ਦਾ ਹੀ ਕਿਉਂ ਨਾ ਹੋਵੇ। ਪਿਤਾ ਜੀ ਅਬੇ ਦੀ ਜਾਨ ਦੁਸ਼ਮਣ ਬਣੇ ਬੈਠੇ ਸਨ। ਉਹ ਅਬੇ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਰਹੇ ਸਨ, ਉਸ ਨੂੰ ਘਰੋਂ ਕੱਢਣਾ ਚਾਹੁੰਦੇ ਸਨ। ਪਰ ਮਾਂ ਆਪਣੀ ਜਿੱਦ ਤੇ ਅੜੀ ਹੋਈ ਸੀ। ਪਰ ਜਦੋਂ ਪਿਤਾ ਜੀ ਨੇ ਮਾਂ ਨੂੰ ਤਲਾਕ ਦੇਣ ਦੀ ਧਮਕੀ ਦਿੱਤੀ ਤਾਂ ਮਾਂ ਨੇ ਇੱਕ ਨਜ਼ਰ ਆਪਣੀਆਂ ਅੱਧਾ ਦਰਜਨ ਅਣਵਿਆਹੀਆਂ ਬੇਟੀਆਂ ਤੇ ਮਾਰੀ ਤੇ ਉਹ ਚੁੱਪ ਹੋ ਕੇ ਬੈਠ ਗਈ। ਉਸ ਦਿਨ ਪਿਤਾ ਜੀ ਨੇ ਅਬੇ ਨੂੰ ਅਪਮਾਨਿਤ ਕਰਕੇ ਘਰੋਂ ਕੱਢ ਦਿੱਤਾ। ਪਰ ਅਬੇ ਦੀਆਂ ਅੱਖਾਂ 'ਚ ਨਾ ਕੋਈ ਹੰਝੂ ਸੀ ਤੇ ਨਾ ਹੀ ਚਿਹਰੇ ਤੇ ਕੋਈ ਉਦਾਸੀ ਸੀ। ਅਬੇ ਘਰ ਛੱਡ ਕੇ ਚਲਾ ਗਿਆ ਤਾਂ ਮਾਂ ਨੇ ਪਿਤਾ ਜੀ ਨੂੰ ਪੁੱਛਿਆ ਕਿ ਬੇਟੇ ਦਾ ਅਪਰਾਧ ਕੀ ਹੈ। ਪਿਤਾ ਜੀ ਨੇ ਮਾਂ ਨੂੰ ਕੋਈ ਜਵਾਬ ਨਾ ਦਿੱਤਾ ਤੇ ਘਰੋਂ ਚਲੇ ਗਏ। ਅਬੇ ਨੇ ਘਰ ਤਾਂ ਛੱਡ ਦਿੱਤਾ ਪਰ ਉਸਨੇ ਸਾਡੇ ਤੋਂ ਹੱਥ ਨਹੀਂ ਖਿੱਚਿਆ। ਉਹ ਹਰ ਮਹੀਨੇ ਮਾਂ ਨੂੰ ਚੰਗੀ ਰਕਮ ਭੇਜ ਦਿੰਦਾ ਸੀ। ਉਸ ਦੇ ਪੈਸਿਆਂ ਨਾਲ ਮਾਂ ਨੂੰ ਨਵੇਂ ਇਲਾਕੇ 'ਚ ਇੱਕ ਘਰ ਖਰੀਦਿਆ। ਉਸ ਇਲਾਕੇ 'ਚ ਕਿਸੇ ਨੂੰ ਨਹੀਂ ਪਤਾ ਸੀ ਕਿ ਅਸੀਂ ਕੀ ਸਹਿ ਕੇ ਆਏ ਹਾਂ। ਅਸੀਂ ਤਾਂ ਸਾਰਿਆਂ ਦੀਆਂ ਨਜ਼ਰਾਂ 'ਚ ਖਾਨਦਾਨੀ ਬਣ ਗਏ ਸਨ। ਮਾਂ ਨੇ ਸਾਡੇ ਲਈ ਰਿਸ਼ਤੇ ਲੱਭੇ ਤੇ ਸਾਡੇ ਵਿਆਹ ਕਰਵਾ ਦਿੱਤੇ। ਸਾਨੂੰ ਨਹੀਂ ਪਤਾ ਕਿ ਅਬੇ ਕਿੱਥੇ ਹੈ ਤੇ ਕਿਸ ਹਾਲ 'ਚ ਹੈ। ਪਰ ਕੱਲ ਜਦੋਂ ਮੈਂ ਬਾਜ਼ਾਰ ਗਈ ਤਾਂ ਮੇਰੀ ਮੁਲਾਕਾਤ ਅਬੇ ਦੇ ਦੋਸਤ ਰੋਸ਼ਨ ਨਾਲ ਹੋਈ। ਉਹ ਅਬੇ ਲਈ ਬਹੁਤ ਚਿੰਤਿਤ ਸੀ। ਉਸਨੇ ਹੱਥ ਜੋੜ ਕੇ ਮੈਨੂੰ ਬੇਨਤੀ ਕੀਤੀ ਕਿ ਮੈਂ ਅਬੇ ਨੂੰ ਮਿਲ ਲਵਾਂ, ਨਹੀਂ ਤਾਂ ਉਹ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੇਗਾ। ਰਮੇਸ਼ ਪਲੀਜ਼ ਤੁਸੀਂ ਮੈਨੂੰ ਅਬੇ ਕੋਲ ਲੈ ਚੱਲੋ। ਮੈਂ ਉਸ ਦੀਆਂ ਗੱਲਾਂ ਤੋਂ ਚਕਰਾ ਗਿਆ। ਜਦੋਂ ਉਸਨੇ ਹੱਥ ਜੋੜ ਕੇ ਮੈਨੂੰ ਬੇਨਤੀ ਕੀਤੀ ਸੀ, ਮੈਂ ਮੱਥੇ ਤੇ ਵੱਟ ਪਾਉਂਦੇ ਹੋਏ ਕਿਹਾ ਕਿ ਮੈਂ ਤੇਤੋਂ ਸਿਰਫ ਇੰਨਾ ਪੁੱਛਦਾ ਹਾਂ ਕਿ ਅੱਜ ਜੋ ਕੰਮ ਵਾਲੀ ਮਾਸੀ ਮੇਰੇ ਘਰ ਆਈ ਸੀ ਉਸ ਦੀ ਸੱਚਾਈ ਕੀ ਹੈ। ਤਾਂ ਉਹ ਬੋਲੀ ਕਿ ਮੈਂ ਤੁਹਾਨੂੰ ਸਭ ਕੁਝ ਸੱਚ-ਸੱਚ ਦੱਸ ਦੇਵਾਂਗੀ, ਪਰ ਮੈਨੂੰ ਡਰ ਹੈ ਕਿ ਅਸਲੀਅਤ ਜਾਣਨ ਤੋਂ ਬਾਅਦ ਤੁਸੀਂ ਮੈਨੂੰ ਤਲਾਕ ਦੇ ਦਿਓਗੇ। ਪਰ ਇਸ ਤੋਂ ਪਹਿਲਾਂ ਬਸ ਤੁਸੀਂ ਮੇਰੇ ਨਾਲ ਮਿਲ ਕੇ ਅਬੇ ਨੂੰ ਲੱਭ ਲਓ, ਫਿਰ ਤੁਸੀਂ ਜਿਵੇਂ ਕਹੋਗੇ ਮੈਂ ਉਵੇਂ ਹੀ ਕਰਾਂਗੀ। ਹਮੇਸ਼ਾ ਵਾਂਗ ਮੈਂ ਆਪਣੀ ਪਤਨੀ ਦੀਆਂ ਗੱਲ ਮੰਨ ਲਿਆ। ਮੈਂ ਉਸ ਨਾਲ ਵਾਅਦਾ ਕੀਤਾ ਕਿ ਮੈਂ ਅਬੇ ਨੂੰ ਲੱਭ ਕੇ ਲਿਆਵਾਂਗਾ। ਮੈਨੂੰ ਰੋਸ਼ਨ ਦੀ ਯਾਦ ਸੀ। ਮੇਰੀ ਪਤਨੀ ਨੇ ਖੁਦ ਹੀ ਕਬੂਲ ਕਰ ਲਿਆ ਸੀ ਕਿ ਉਹ ਉਸ ਨਾਲ ਪਿਆਰ ਕਰਦੀ ਸੀ। ਸਭ ਤੋਂ ਪਹਿਲਾਂ ਮੈਨੂੰ ਰੋਸ਼ਨ ਨੂੰ ਲੱਭਣਾ ਸੀ ਜੋ ਮੇਰੀ ਪਤਨੀ ਨੂੰ ਮਾਰਕੀਟ 'ਚ ਮਿਲਿਆ ਸੀ। ਪਰ ਉਹ ਮੇਰੀ ਪਤਨੀ ਅੰਜਲੀ ਨੂੰ ਮਿਲਣ ਤੋਂ ਬਾਅਦ ਕਿਤੇ ਗਾਇਬ ਹੋ ਗਿਆ। ਮੈਂ ਰੋਸ਼ਨ ਤੇ ਅਬੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਆਪਣੇ ਸਾਰੇ ਸੰਪਰਕਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ, ਪਰ ਜੋ ਗੱਲਾਂ ਮੈਨੂੰ ਪਤਾ ਲੱਗੀਆਂ ਸਨ ਉਹ ਕਾਫੀ ਪਰੇਸ਼ਾਨੀ ਕਰਨ ਵਾਲੀਆਂ ਸਨ। ਰੋਸ਼ਨ ਤੇ ਅਬੇ ਨੂੰ ਲੋਕ ਜਿਸ ਕੰਮ ਲਈ ਜਾਣਦੇ ਸਨ, ਉਹ ਜੇਕਰ ਅੰਜਲੀ ਆਪਣੇ ਕੰਨਾਂ ਨਾਲ ਸੁਣਦੀ ਤਾਂ ਡੁੱਬ ਮਰਦੀ। ਮੈਂ ਉਹਨਾਂ ਦੀ ਭਾਲ ਜਾਰੀ ਰੱਖੀ। ਆਖਰਕਾਰ ਮੈਂ ਉਹਨਾਂ ਦੇ ਫਲੈਟ ਦਾ ਪਤਾ ਲਾਉਣ 'ਚ ਕਾਮਯਾਬ ਹੋ ਗਿਆ ਸੀ। ਸ਼ਾਮ ਹੁੰਦੇ ਹੀ ਜਦੋਂ ਮੈਂ ਦਫ਼ਤਰ ਤੋਂ ਘਰ ਆਇਆ ਤਾਂ ਮੈਂ ਅੰਜਲੀ ਨੂੰ ਕਿਹਾ ਕਿ ਤਿਆਰ ਹੋ ਜਾਓ, ਅੱਜ ਅਸੀਂ ਅਬੇ ਨੂੰ ਮਿਲਣ ਜਾਵਾਂਗੇ। ਉਹ ਮੇਰੀ ਗੱਲ ਸੁਣ ਕੇ ਖੁਸ਼ੀ ਨਾਲ ਨੱਚ ਉੱਠੀ ਸੀ। ਉਸਨੇ ਤੁਰੰਤ ਚੁੰਨੀ ਸਿਰ ਤੇ ਲਈ ਤੇ ਬੋਲੀ ਕਿ ਤੁਸੀਂ ਮੈਨੂੰ ਲੈ ਕੇ ਚੱਲੋ। ਅਸੀਂ ਦੋਵੇਂ ਇੱਕ ਇਲਾਕੇ 'ਚ ਇੱਕ ਫਲੈਟ ਦੇ ਸਾਹਮਣੇ ਖੜੇ ਸੀ। ਮੈਂ ਦਰਵਾਜ਼ੇ ਦੀ ਘੰਟੀ ਵਜਾਈ ਤਾਂ ਰੋਸ਼ਨ ਨੇ ਦਰਵਾਜ਼ਾ ਖੋਲ੍ਹਿਆ ਸੀ। ਉਹ ਮੈਨੂੰ ਨਹੀਂ ਜਾਣਦਾ ਸੀ, ਇਸ ਲਈ ਬੋਲਿਆ ਕਿ ਅੱਜ ਕੱਲ੍ਹ ਅਬੇ ਕੋਈ ਸ਼ੋਅ ਨਹੀਂ ਕਰ ਰਿਹਾ, ਤੁਸੀਂ ਇੱਥੋਂ ਜਾ ਸਕਦੇ ਹੋ। ਰੋਸ਼ਨ ਦਾ ਹੁਲੀਆ ਔਰਤਾਂ ਵਾਲਾ ਸੀ। ਉਦੋਂ ਹੀ ਮੇਰੇ ਪਿੱਛੇ ਅੰਜਲੀ ਨਿਕਲ ਕੇ ਸਾਹਮਣੇ ਆ ਗਈ ਤਾਂ ਰੋਸ਼ਨ ਪਿੱਛੇ ਹਟ ਗਿਆ। ਅਸੀਂ ਅਬੇ ਦੇ ਫਲੈਟ 'ਚ ਗਏ ਤਾਂ ਸਾਹਮਣੇ ਡਰਾਇੰਗ ਰੂਮ 'ਚ ਅਬੇ ਬੈਠਾ ਸੀ। ਉਸਦੇ ਸੋਫੇ ਦੇ ਸਾਹਮਣੇ ਦਾ ਟੇਬਲ ਤਰ੍ਹਾਂ ਦੇ ਨਸ਼ਿਆਂ ਦੇ ਸਮਾਨ ਨਾਲ ਭਰਿਆ ਪਿਆ ਸੀ। ਇਸ ਸਮੇਂ ਵੀ ਉਹ ਨਸ਼ੇ 'ਚ ਹੀ ਦਿਸ ਰਿਹਾ ਸੀ। ਅੰਜਲੀ ਨੂੰ ਦੇਖਦੇ ਹੀ ਉਸਨੇ ਰੋਸ਼ਨ ਨੂੰ ਇਸ਼ਾਰਾ ਕੀਤਾ ਕਿ ਸਾਰੀਆਂ ਚੀਜ਼ਾਂ ਉਹ ਇੱਥੋਂ ਚੁੱਕ ਦੇਵੇ। ਅਬੇ ਤਾਂ ਅਜੇ ਆਪਣੀ ਭੈਣ ਨੂੰ ਵੀ ਨਹੀਂ ਮਿਲਿਆ ਸੀ। ਉਹ ਬਹੁਤ ਸਖਤ ਸ਼ਬਦਾਂ 'ਚ ਬੋਲਿਆ, ਕੀ ਕਰਨ ਆਈ ਹੈ ਇੱਥੇ? ਅੰਜਲੀ ਅਬੇ ਨੂੰ ਇਸ ਹਾਲਤ 'ਚ ਦੇਖ ਕੇ ਰੋ ਪਈ ਸੀ। ਤੇਰੀ ਇਹ ਹਾਲਤ ਕਿਵੇਂ ਹੋਈ ਵੀ? ਅਬੇ ਰੋ ਪਿਆ ਤੇ ਬੋਲਿਆ ਕਿ ਕੀ ਸੁਣੇਂਗੀ, ਰਹਿਣ ਦੇ। ਕਿੱਥੋਂ ਸ਼ੁਰੂ ਕਰਾਂਗਾ ਤੇ ਕਿੱਥੇ ਖਤਮ ਕਰਾਂਗਾ? ਕੀ ਤੂੰ ਇਹ ਸੁਣਨ ਆਈ ਹੈ ਕਿ ਅਬੇ ਪੂਰੇ ਕਾਨਪੁਰ ਸ਼ਹਿਰ 'ਚ ਸਭ ਤੋਂ ਮਸ਼ਹੂਰ ਕਿੰਨਰ ਹੈ? ਅਬੇ ਦੀ ਗੱਲ ਸੁਣ ਕੇ ਅੰਜਲੀ ਤੜਫ ਉੱਠੀ ਸੀ। ਤੈਨੂੰ ਯਾਦ ਹੈ ਨਾ ਕਿ ਰੀਨਾ ਭੁੱਖ ਨਾਲ ਮਰ ਗਈ ਸੀ? ਤੈਨੂੰ ਤਾਂ ਯਾਦ ਹੀ ਹੋਵੇਗਾ, ਪਰ ਤੂੰ ਇਹ ਨਹੀਂ ਜਾਣਦੀ ਕਿ ਤੇਰਾ ਭਰਾ ਅਬੇ ਵੀ ਭੁੱਖ ਨਾਲ ਮਰ ਗਿਆ ਸੀ। ਉਸ ਦੇ ਸਰੀਰ 'ਚ ਇੱਕ ਨਵੀਂ ਆਤਮਾ ਪੈਦਾ ਹੋ ਗਈ ਸੀ, ਕਿੰਨਰ ਦੀ ਆਤਮਾ। ਘਰ 'ਚ ਗਰੀਬੀ ਸੀ ਨਾ, ਇਸ ਲਈ ਰੋਸ਼ਨ ਨੇ ਮੈਨੂੰ ਕਿਹਾ ਕਿ ਰਾਤ 'ਚ ਲਿਪਸਟਿਕ ਲਗਾ ਕੇ ਭੀਖ ਮੰਗਦੇ ਹਾਂ। ਮੈਂ ਉਸ ਦੀ ਗੱਲ ਮੰਨ ਲਈ, ਪਰ ਉਸ ਰਾਤ ਭੀਖ ਨਹੀਂ ਮਿਲੀ ਸੀ।
ਤਾਨੇ ਮਿਲੇ ਸਨ, ਘਟੀਆ ਸੁਝਾਅ ਸੁਣਨ ਨੂੰ ਮਿਲੇ ਸਨ। ਮੇਰੀ ਅੰਤਰ ਆਤਮਾ ਤਾਂ ਉਸੇ ਰਾਤ ਬਰਬਾਦ ਹੋ ਗਈ ਸੀ। ਹੁਣ ਮੈਂ ਤੇ ਰੋਸ਼ਨ ਰਾਤ ਨੂੰ ਮੇਕਅਪ ਕਰਕੇ ਭੀਖ ਮੰਗਦੇ ਸੀ। ਇੱਕ ਰਾਤ ਸਾਨੂੰ ਕਿੰਨਰਾਂ ਦੇ ਗੁਰੂਆਂ ਨੇ ਅਗਵਾ ਕਰ ਲਿਆ। ਉਹਨਾਂ ਨੇ ਕਈ ਦਿਨਾਂ ਤੱਕ ਸਾਨੂੰ ਭੁੱਖਾ ਰੱਖਿਆ ਤੇ ਮਾਰਿਆ ਵੀ ਸੀ। ਉਹ ਗੁੱਸੇ ਸਨ ਕਿ ਅਸੀਂ ਕਿਉਂ ਉਹਨਾਂ ਦੀਆਂ ਹੱਦਾਂ ਦੀ ਉਲੰਘਣਾ ਕੀਤੀ ਹੈ। ਅਸੀਂ ਪੁਰਸ਼ ਹੋ ਕੇ ਵੀ ਕਿਉਂ ਤੀਜੇ ਜੀਣ ਦੇ ਹੱਕ ਨੂੰ ਖੋ ਰਹੇ ਹਾਂ। ਭਲਾ ਇਹ ਕੀ ਗੱਲ ਹੋਈ ਅੰਜਲੀ, ਕਿ ਭੀਖ ਮੰਗਣਾ ਵੀ ਕਿਸੇ ਦੇ ਹੱਕ ਹੁੰਦਾ ਹੈ? ਅਸੀਂ ਦੋਵਾਂ ਨੇ ਉਹਨਾਂ ਦੇ ਗੁਰੂਆਂ ਨੂੰ ਆਪਣੇ ਹਾਲਾਤ ਦੱਸੇ ਤਾਂ ਉਸ ਦਾ ਦਿਲ ਨਰਮ ਪੈ ਗਿਆ ਸੀ। ਉਸਨੇ 1 ਮਹੀਨੇ ਬਾਅਦ ਸਾਨੂੰ ਪੈਸੇ ਦੇ ਕੇ ਭੇਜ ਦਿੱਤਾ ਸੀ, ਪਰ ਜਦੋਂ ਘਰ ਆਇਆ ਤਾਂ ਮੇਰੀ ਭੈਣ ਰੀਨਾ ਘਰੇ ਨਹੀਂ ਸੀ। ਮੈਂ ਟੁੱਟ ਗਿਆ ਸੀ, ਪਰ ਮੈਂ ਸੋਚਦਾ ਸੀ ਕਿ ਕਿਤੇ ਬਾਕੀ ਵੀ ਭੁੱਖ ਨਾਲ ਨਾ ਮਰ ਜਾਣ। ਇਸ ਲਈ ਮੈਂ ਰਾਤ ਨੂੰ ਚਿਹਰੇ ਤੇ ਮੇਕਅਪ ਲਗਾ ਕੇ ਭੀਖ ਮੰਗਦਾ ਸੀ। ਮੈਨੂੰ ਚੰਗੇ ਪੈਸੇ ਮਿਲਣ ਲੱਗੇ ਤਾਂ ਘਰ ਦੇ ਹਾਲਾਤ ਵੀ ਸੁਧਰਨ ਲੱਗੇ, ਪਰ ਹਮੇਸ਼ਾ ਹਰਾਮ ਦੀ ਪੀਣ ਵਾਲੇ ਪਿਤਾ ਨੂੰ ਮੇਰੀ ਕਮਾਈ ਹਰਾਮ ਕਿਵੇਂ ਲੱਗ ਗਈ? ਉਸਨੂੰ ਕਿਸਨੇ ਦੱਸਿਆ ਸੀ ਕਿ ਮੈਂ ਕਿੰਨਰ ਬਣ ਕੇ ਸੜਕ ਤੇ ਭੀਖ ਮੰਗਦਾ ਹਾਂ? ਉਸਨੇ ਮੈਨੂੰ ਘਰੋਂ ਕੱਢ ਦਿੱਤਾ ਤਾਂ ਮੈਂ ਜਿੱਥੇ ਅੜ ਗਿਆ ਤੇ ਵਾਪਸ ਉਸ ਗੁਰੂ ਕੋਲ ਚਲਾ ਗਿਆ ਜਿਸ ਨੇ ਮੈਨੂੰ ਅਗਵਾ ਕਰਵਾਇਆ ਸੀ। ਮੈਂ ਉਸਨੂੰ ਕਿਹਾ ਕਿ ਗੁਰੂ ਮੈਨੂੰ ਆਪਣੇ ਨਾਲ ਮਿਲਾ ਲੈ। ਉਹ ਹੱਸਣ ਲੱਗਿਆ ਸੀ। ਉਸਦੇ ਸ਼ਬਦ ਅੱਜ ਵੀ ਮੈਨੂੰ ਯਾਦ ਹਨ। ਉਹ ਬੋਲ ਰਿਹਾ ਸੀ ਕਿ ਜੇਕਰ ਤੂੰ ਨੱਚਣਾ ਤੇ ਗਾਉਣਾ ਸਿੱਖ ਲਿਆ ਤਾਂ ਤੂੰ ਬਹੁਤ ਅੱਗੇ ਜਾਵੇਂਗਾ, ਕਿਉਂਕਿ ਤੇਰੇ 'ਚ ਨਜ਼ਾਕਤ ਵੀ ਬਹੁਤ ਹੈ। ਮੈਂ ਫਿਰ ਸਭ ਕੁਝ ਸਿੱਖ ਲਿਆ, ਅਦਾਵਾਂ, ਨੱਚਣਾ, ਗਾਣਾ। ਮੈਂ ਆਪਣੇ ਸ਼ਰਾਬੀ ਪਿਤਾ ਦੇ ਹੱਥੋਂ ਮਜਬੂਰ ਹੋ ਕੇ ਮਰਦ ਤੋਂ ਕਿੰਨਰ ਬਣ ਗਿਆ। ਪੂਰੇ ਸ਼ਹਿਰ 'ਚ ਮੇਰੇ ਨਾਂ ਦਾ ਡੰਕਾ ਵੱਜਣ ਲੱਗਿਆ ਸੀ। ਲੋਕ ਮੈਨੂੰ ਦੂਰ ਦੂਰ ਤੋਂ ਆਪਣੇ ਵਿਆਹ ਦੇ ਪ੍ਰੋਗਰਾਮਾਂ 'ਚ ਬੁਲਾਉਂਦੇ ਸਨ। ਮੈਂ ਜਾਂਦਾ ਤੇ ਡਾਂਸ ਕਰਕੇ ਖੂਬ ਪੈਸੇ ਕਮਾਉਂਦਾ ਸੀ। ਫਿਰ ਉਹ ਪੈਸੇ ਆਪਣੇ ਸਾਹਮਣੇ ਰੱਖਦਾ ਤੇ ਨਸ਼ੇ 'ਚ ਟੱਲੀ ਹੋ ਕੇ ਆਪਣੇ ਆਪ ਨੂੰ ਮਾਰਦਾ, ਖੁਦ ਨੂੰ ਗਾਲਾਂ ਦਿੰਦਾ ਕਿ ਮੈਂ ਕਿਹੋ ਜਿਹਾ ਮਰਦ ਹਾਂ ਜੋ ਹਾਲਾਤ ਤੋਂ ਤੰਗ ਆ ਕੇ ਕਿੰਨਰ ਬਣ ਗਿਆ। ਫਿਰ ਉਹ ਸਾਰੇ ਪੈਸੇ ਤੁਹਾਨੂੰ ਭੇਜ ਦਿੰਦਾ ਸੀ। ਜਿਸ ਦਿਨ ਤੁਹਾਡੇ ਚੋਂ ਕਿਸੇ ਇੱਕ ਭੈਣ ਦਾ ਵਿਆਹ ਹੁੰਦਾ ਤਾਂ ਮੈਂ ਸਾਰੇ ਪ੍ਰੋਗਰਾਮ ਰੱਦ ਕਰਕੇ ਲੜਕੀਆਂ ਵਰਗੇ ਕੱਪੜੇ ਪਾ ਕੇ ਬਹੁਤ ਖੁਸ਼ ਹੋ ਜਾਂਦਾ ਸੀ ਕਿ ਤੁਹਾਡੇ ਭੈਣਾਂ ਦੇ ਸਿਰ ਤੇ ਹੱਥ ਰੱਖ ਕੇ ਤੁਹਾਨੂੰ ਵਿਦਾ ਕਰ ਦੇਵਾਂ। ਪਰ ਫਿਰ ਸੋਚਦਾ ਕਿ ਜੇਕਰ ਉੱਥੇ ਕਿਸੇ ਬਰਾਤੀ ਨੇ ਮੈਨੂੰ ਪਹਿਚਾਨ ਲਿਆ ਤਾਂ ਕੀ ਹੋਵੇ। ਬਸ ਇਹੀ ਸੋਚ ਕੇ ਫਿਰ ਤੋਂ ਰੋਣ ਲੱਗਦਾ। ਫਿਰ ਇੱਕ ਇੱਕ ਕਰਕੇ ਤੁਹਾਡੇ ਸਾਰਿਆਂ ਦੇ ਵਿਆਹ ਹੋ ਗਏ ਤਾਂ ਪਿਤਾ ਜੀ ਹੋਰ ਜ਼ਿਆਦਾ ਬੇਫਿਕਰ ਹੋ ਗਏ ਸਨ। ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿ ਮਾਂ ਮੇਰੇ ਪੈਸਿਆਂ ਚੋਂ ਉਸ ਬੇਫਿਕਰ ਇਨਸਾਨ ਨੂੰ ਵੀ ਪੈਸੇ ਦਿੰਦੀ ਹੋਵੇਗੀ। ਪਰ ਕੀ ਤੁਹਾਨੂੰ ਪਤਾ ਹੈ ਅੰਜਲੀ, ਜਦੋਂ ਮੈਂ ਇੱਕ ਸਮਾਰੋਹ 'ਚ ਮੰਚ ਤੇ ਪਰਫਾਰਮ ਕਰ ਰਿਹਾ ਸੀ ਤਾਂ ਮੇਰੀ ਨਜ਼ਰ ਕਿਸ ਤੇ ਪਈ? ਉਸ ਵਿਅਕਤੀ ਤੇ ਜਿਸ ਨੂੰ ਅਸੀਂ ਆਪਣਾ ਪਿਤਾ ਕਹਿੰਦੇ ਹਾਂ। ਉਹ ਨਸ਼ੇ 'ਚ ਟੱਲੀ ਸੀ। ਮੇਰੇ ਮੇਕਅਪ ਦੇ ਪਿੱਛੇ ਲੁਕੇ ਚਿਹਰੇ ਨੂੰ ਪਹਿਚਾਨ ਨਹੀਂ ਸਕਿਆ ਸੀ। ਪਿਤਾ ਜੀ ਮੇਰੇ ਇੱਕ ਠੁਮਕੇ ਤੇ ਪੈਸਿਆਂ ਦੀ ਬਰਸਾਤ ਕਰ ਰਹੇ ਸਨ। ਮੈਂ ਉਸ ਪ੍ਰੋਗਰਾਮ ਨੂੰ ਪੂਰਾ ਕਰਨ ਤੋਂ ਬਾਅਦ ਪਿਤਾ ਦੇ ਕੰਨ 'ਚ ਜਾ ਕੇ ਕਿਹਾ ਕਿ ਪਿਤਾ ਜੀ ਮੈਂ ਤੁਹਾਡਾ ਅਬੇ ਹਾਂ। ਕੀ ਮੈਂ ਸਾਰਿਆਂ ਨੂੰ ਦੱਸ ਦੇਵਾਂ ਕਿ ਤੁਸੀਂ ਮੈਨੂੰ ਜਨਮ ਦਿੱਤਾ ਹੈ? ਮੇਰੇ ਹਰਾਮ ਦੇ ਪੈਸਿਆਂ ਨਾਲ ਤੁਸੀਂ ਬਹੁਤ ਇੱਜ਼ਤਦਾਰ ਬਣੇ ਬੈਠੇ ਹੋ। ਮੇਰੀਆਂ ਗੱਲਾਂ ਸੁਣ ਕੇ ਪਿਤਾ ਜੀ ਨੇ ਮੇਰੇ ਮੂੰਹ ਤੇ ਥੁੱਕ ਦਿੱਤਾ। ਅੰਜਲੀ ਅਬੇ ਉੱਚੀ ਉੱਚੀ ਰੋਣ ਲੱਗੇ ਸੀ। ਅੰਜਲੀ ਉਸ ਨੂੰ ਗੱਲ ਲਾ ਕੇ ਤੜਫ ਰਹੀ ਸੀ। ਮੇਰੀਆਂ ਤੇ ਰੋਸ਼ਨ ਦੀਆਂ ਅੱਖਾਂ ਭਿੱਜ ਗਈਆਂ ਸਨ। ਫਿਰ ਅਬੇ ਨੇ ਕਿਹਾ ਕਿ ਪਿਤਾ ਜੀ ਨੇ ਉਸ ਬੇਟੇ ਦੇ ਚਿਹਰੇ ਤੇ ਥੁੱਕ ਦਿੱਤਾ ਜਿਸ ਨੇ ਉਹਨਾਂ ਕਰਕੇ ਆਪਣੀ ਮਰਦਾਨਗੀ ਗਵਾ ਦਿੱਤੀ ਸੀ ਤੇ ਆਪਣੀ ਇੱਜ਼ਤ ਨੂੰ ਮਾਰ ਦਿੱਤਾ ਸੀ। ਪਿਤਾ ਜੀ ਨੇ ਸਾਡੇ ਸਾਰਿਆਂ ਨਾਲ ਬਹੁਤ ਅਨਿਆਏ ਕੀਤਾ ਹੈ। ਤਦ ਮੈਨੂੰ ਪਤਾ ਲੱਗਿਆ ਕਿ ਮਾਂ ਪਿਤਾ ਜੀ ਨੂੰ ਛੱਡ ਕੇ ਆਪਣੀ ਦੂਜੀ ਬੇਟੀ ਦੇ ਘਰ ਚਲੀ ਗਈ ਹੈ ਤਾਂ ਮੈਂ ਪੈਸੇ ਭੇਜਣੇ ਬੰਦ ਕਰ ਦਿੱਤੇ ਸਨ। ਹੁਣ ਮੈਂ ਵੀ ਨੱਚਣਾ ਛੱਡ ਦਿੱਤਾ ਹੈ। ਇਸ ਲਈ ਮੇਰੀ ਇਹ ਹਾਲਤ ਹੈ। ਮੈਂ ਭਰਾ ਹੋਣ ਦਾ ਫਰਜ਼ ਨਿਭਾਇਆ ਹੈ। ਮੈਂ ਆਪਣੀਆਂ ਭੈਣਾਂ ਦੇ ਵਿਆਹ ਤਾਂ ਕਰ ਦਿੱਤੇ ਹਨ। ਹੁਣ ਮੈਂ ਇਸ ਪਾਪੀ ਤੇ ਅਪਮਾਨਜਨਕ ਜ਼ਿੰਦਗੀ ਨੂੰ ਛੱਡ ਕੇ ਸਾਰਿਆਂ ਤੋਂ ਲੁਕ ਕੇ ਰਹਿਣਾ ਚਾਹੁੰਦਾ ਹਾਂ। ਅੰਜਲੀ ਤੇ ਅਬੇ ਦੇ ਚਿਹਰੇ ਤੇ ਉਹਨਾਂ ਦਾ ਦੁੱਖ ਬਹੁਤ ਆਸਾਨੀ ਨਾਲ ਦੇਖਿਆ ਜਾ ਸਕਦਾ ਸੀ। ਅੰਜਲੀ ਬੋਲੀ ਕਿ ਅਬੇ ਤੂੰ ਸਾਡੇ ਸਾਰਿਆਂ ਲਈ ਜੋ ਕੁਝ ਵੀ ਕੀਤਾ ਹੈ ਮੇਰੇ ਵੀਰ, ਉਸ ਦਾ ਕਰਜ਼ ਅਸੀਂ ਪੂਰੀ ਜ਼ਿੰਦਗੀ ਚੁਕਾ ਨਹੀਂ ਸਕਦੇ। ਅੱਜ ਅਸੀਂ ਸਾਰੀਆਂ ਭੈਣਾਂ ਆਪਣੇ ਆਪਣੇ ਘਰ 'ਚ ਖੁਸ਼ਹਾਲ ਜ਼ਿੰਦਗੀ ਜਿਉ ਰਹੀਆਂ ਹਾਂ ਤੇ ਤੂੰ ਇੱਥੇ ਕਿਸ ਮੁਸੀਬਤ 'ਚੋਂ ਲੰਘ ਰਿਹਾ ਹੈ? ਅਬੇ ਤੂੰ ਜਾਣਦਾ ਹੈ ਕਿ ਪਿਤਾ ਜੀ ਭੀਖ ਮੰਗਣ ਲੱਗੇ ਹਨ। ਇੱਕ ਦਿਨ ਸਾਡੇ ਘਰ ਦਸਤਕ ਹੋਈ। ਮੈਂ ਜਿਵੇਂ ਹੀ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਪਿਤਾ ਜੀ ਖੜੇ ਹੋ ਕੇ ਭੀਖ ਮੰਗ ਰਹੇ ਸਨ। ਮੈਂ ਉਹਨਾਂ ਨੂੰ ਘਰ ਬੁਲਾ ਕੇ ਕਿਹਾ ਕਿ ਮੇਰੇ ਘਰ ਦੀ ਸਫਾਈ ਕਰਿਆ ਕਰੋ ਤਾਂ ਤੁਹਾਨੂੰ 2 ਵਕਤ ਦੀ ਰੋਟੀ ਦੇ ਦਿਆ ਕਰਾਂਗੀ। ਉਹ ਆਉਂਦੇ ਹਨ ਮੇਰੇ ਘਰ, ਬਹੁਤ ਮੁਸ਼ਕਲ ਨਾਲ ਸਫਾਈ ਕਰਦੇ ਹਨ। ਉਹਨਾਂ ਦੀਆਂ ਬੁੱਢੀਆਂ ਹੱਡੀਆਂ 'ਚ ਇੰਨੀ ਜਾਨ ਨਹੀਂ ਕਿ ਉਹ ਕੰਮ ਕਰ ਸਕਣ, ਪਰ ਮੈਂ ਨਹੀਂ ਚਾਹੁੰਦੀ ਕਿ ਉਹ ਭੀਖ ਮੰਗਣ। ਸਾਰੀ ਜ਼ਿੰਦਗੀ ਉਸਨੇ ਮੁਫਤ ਦੀਆਂ ਰੋਟੀਆਂ ਤੋੜੀਆਂ ਹਨ ਤਾਂ ਕਿ ਹੁਣ ਵੀ ਉਹ ਉਸ ਤਰ੍ਹਾਂ ਹੀ ਕਰਨ। ਮੈਂ ਉਹਨਾਂ ਤੋਂ
ਸਾਡੇ ਸਾਰਿਆਂ ਦਾ ਹਿਸਾਬ ਲੈਣਾ ਚਾਹੁੰਦੀ ਹਾਂ। ਫਿਰ ਅੰਜਲੀ ਨੇ ਮੇਰੇ ਮੂੰਹ ਵੱਲ ਮੁੜ ਕੇ ਕਿਹਾ, ਰਮੇਸ਼, ਉਹ ਕੰਮ ਵਾਲੀ ਮਾਸੀ ਦੇ ਰੂਪ 'ਚ ਆਉਣ ਵਾਲਾ ਵਿਅਕਤੀ ਮੇਰਾ ਪਿਤਾ ਹੈ। ਹੁਣ ਸਾਰੀ ਸੱਚਾਈ ਮੇਰੇ ਸਾਹਮਣੇ ਸੀ। ਮੈਂ ਅੰਜਲੀ ਨੂੰ ਮਾਫ ਕਰ ਦਿੱਤਾ ਸੀ। ਮੈਨੂੰ ਵੀ ਅਬੇ ਦਾ ਵੱਡਾ ਭਰਾ ਬਣਨਾ ਪਿਆ। ਮੈਂ ਉਸ ਨੂੰ ਤੇ ਰੋਸ਼ਨ ਨੂੰ ਆਪਣੇ ਨਾਲ ਘਰ ਲੈ ਆਇਆ ਸੀ, ਪਰ ਜਦੋਂ ਡਾਕਟਰ ਨਾਲ ਗੱਲ ਕੀਤੀ ਤਾਂ ਉਹਨਾਂ ਦੋਵਾਂ ਨੂੰ ਨਸ਼ਾ ਮੁਕਤੀ ਕੇਂਦਰ 'ਚ ਭਰਤੀ ਕਰਵਾਉਣਾ ਪਿਆ ਸੀ, ਜਿੱਥੇ ਹਰ ਹਫ਼ਤੇ ਉਹਨਾਂ ਦਾ ਮਨੋਵਿਗਿਆਨਿਕਾਂ ਦੁਆਰਾ ਵੀ ਇਲਾਜ ਕੀਤਾ ਜਾਣ ਲੱਗਿਆ। ਜ਼ਿੰਦਗੀ ਦੀਆਂ ਬਹੁਤ ਹੀ ਕੌੜੀਆਂ ਯਾਦਾਂ ਉਹਨਾਂ ਦੇ ਦਿਮਾਗ 'ਚ ਬੈਠ ਗਈਆਂ ਸਨ, ਜਿਨ੍ਹਾਂ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਮਿਟਾਉਣਾ ਜ਼ਰੂਰੀ ਸੀ। ਮੈਂ ਤੇ ਅੰਜਲੀ ਹਰ ਹਫ਼ਤੇ ਉਹਨਾਂ ਦੋਵਾਂ ਨੂੰ ਮਿਲਣ ਜਾਂਦੇ ਹਾਂ। ਉਹਨਾਂ 'ਚ ਬਹੁਤ ਤੇਜ਼ੀ ਨਾਲ ਸੁਧਾਰ ਹੋ ਰਿਹਾ ਸੀ, ਜਦੋਂ ਕਿ ਅੰਜਲੀ ਆਪਣੇ ਭਰਾ ਲਈ ਰਿਸ਼ਤਾ ਲੱਭਣ 'ਚ ਲੱਗੀ ਹੋਈ ਸੀ। ਜਿੱਥੇ ਤੱਕ ਅੰਜਲੀ ਦੇ ਪਿਤਾ ਦਾ ਸਵਾਲ ਹੈ, ਉਹ ਹਰ ਦਿਨ ਸਾਡੇ ਘਰ ਦੀ ਸਫਾਈ ਕਰਨ ਆਉਂਦੇ ਹਨ। ਮੈਂ ਅੰਜਲੀ ਨੂੰ ਸਮਝਾਉਂਦਾ ਹਾਂ ਕਿ ਉਹ ਆਪਣੇ ਪਿਤਾ ਜੀ ਨੂੰ ਮਾਫ ਕਰ ਦੇਵੇ, ਪਰ ਉਹ ਅਜੇ ਮਾਫ ਕਰਨ ਲਈ ਦਿਮਾਗੀ ਤੌਰ ਤੇ ਤਿਆਰ ਨਹੀਂ ਹੈ। ਹੁਣ ਤੁਸੀਂ ਹੀ ਦੱਸੋ ਕਿ ਅੰਜਲੀ ਨੂੰ ਆਪਣੇ ਪਿਤਾ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਜਾਂ ਫਿਰ ਇਸੇ ਤਰ੍ਹਾਂ ਆਪਣੇ ਪਿਤਾ ਤੋਂ ਹੋਏ ਜ਼ੁਲਮ ਦਾ ਬਦਲਾ ਲੈਂਦੀ ਰਹੇ। ਸੋ ਦੋਸਤੋ, ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਕਿਸ ਤਰ੍ਹਾਂ ਲੱਗੀ? ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ, ਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ